ਨਾਥ ਅਨਾਥ ਸਰਣ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ। ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ। ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ, ਨੀਕੋ ਠਾਕੁਰ ਦੇਸਾ। ਤੁਮ ਸਭ ਸਾਜੇ ਸਾਜ ਨਿਵਾਜੇ, ਜਿਉ ਪਿੰਡ ਦੇ ਪ੍ਰਾਨਾ। ਨਿਰਗੁਣਿਆਰੇ ਗੁਣ ਨਹੀਂ ਕੋਈ, ਤੁਮ ਦਾਨ ਦੇਹੋ ਮਿਹਰਬਾਨਾ। ਤੁਮ ਕਰਹੁ ਭਲਾ ਹਮ ਭਲੋ ਨਾ ਜਾਣੈ, ਤੁਮ ਸਦਾ ਸਦਾ ਦਇਆਲਾ। ਤੁਮ ਸੁਖਦਾਈ ਪੁਰਖ ਵਿਧਾਤੇ, ਤੁਮ ਰਾਖੋ ਆਪਣੇ ਬਾਲਾ। ਤੁਮ ਨਿਧਾਨ ਅਟਲ ਸੁਲਤਾਨ, ਜੀ ਜੰਤ ਸਭ ਜਾਚੈ। ਕਹੋ ਨਾਨਕ ਹਮ ਇਹ ਹਵਾਲਾ, ਰਾਖ ਸੰਤਨ ਕੈ ਪਾਛੈ। ਕਹੋ ਨਾਨਕ ਹਮ ਇਹ ਹਵਾਲਾ, ਰਾਖ ਸੰਤਨ ਕੈ ਪਾਛੈ। ਰਾਜਾ ਨ ਰਾਜ, ਭਾਨਾ ਨ ਭਾਨ, ਦੇਵ ਨ ਦੇਵ, ਉਪਮਾ ਮਹਾਨ। ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜੋ ਇਸ ਸਮੇਂ ਸਤਿਗੁਰਾਂ ਦੇ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੇ ਹੋਏ ਹਾਂ, ਆਓ ਗੁਰੂ ਕੀ ਸਾਧ ਸੰਗਤ ਜੀਓ ਸੁਰਤ ਟਿਕਾਈਏ ਗੁਰਦੇਵ ਦੇ ਚਰਨਾਂ ਦੇ ਅੰਦਰ। ਸਤਿਗੁਰੂ ਜੀ ਕਰੋ ਕਿਰਪਾ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਬਚਨਾਂ ਦੀ ਵਿਚਾਰ ਆਪ ਹੀ ਕਰਵਾ ਲਓ। ਕਰੋ ਕਿਰਪਾ ਗੁਰੂ ਪਿਆਰੀ ਸਾਧ ਸੰਗਤ ਜੀਓ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀਓ ਮਹਾਰਾਜ ਜੀ ਦਾ, ਜੋ ਆਪਾਂ ਪਿਛਲੇ ਦਿਨਾਂ ਅੰਦਰ ਇੱਕ ਸ਼ਬਦ ਵਾਚਿਆ ਹੈ, ਉਸ ਸ਼ਬਦ ਦੀ ਸੰਪੂਰਨਤਾ ਹੋ ਚੁੱਕੀ ਹੈ। ਜੋ ਸ਼ਬਦ ਸੀ, ਤੇਗ ਬਹਾਦਰ ਸਿਮਰਿਐ, ਘਰ ਨਉ ਨਿਧ ਆਵੈ ਧਾਈ, ਸਭ ਥਾਈ ਹੋਈ ਸਹਾਈ। ਇੱਥੋਂ ਤੱਕ ਗੁਰਬਾਣੀ ਅੰਦਰ ਦਰਜ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਦਸਮ ਗ੍ਰੰਥ, ਦਸਮ ਗ੍ਰੰਥ ਦੇ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਤੱਕ ਆਹ ਸ਼ਬਦ ਜੋ ਹੈ ਅਰਦਾਸ ਵਾਲਾ, ਆਹ ਦਸਮ ਦੇ ਅੰਦਰ ਦਰਜ ਗੁਰਬਾਣੀ ਹੈ। ਅਤੇ ਜੋ ਆਪਾਂ ਅੱਗੇ ਪੜ੍ਹਦੇ ਹਾਂ,
ਸ਼ਬਦ ਵਰਤਿਆ ਜਾਂਦਾ ਹੈ 10ਵੇਂ ਪਾਤਸ਼ਾਹ ਗੁਰੂ ਗੋਬਿੰਦ। ਅਸਲ ਵਿੱਚ ਅਕਾਲ ਤਖਤ ਦੀ ਮਰਿਆਦਾ ਦੇ ਅਨੁਸਾਰ 9 ਪਾਤਸ਼ਾਹੀਆਂ ਤਾਈਂ ਦਰਜ ਆਪ ਗੁਰੂ ਗੋਬਿੰਦ ਸਿੰਘ ਨੇ ਕਰਵਾਏ। ਉਸ ਤੋਂ ਬਾਅਦ ਆ ਮੰਨਿਆ ਜਾਂਦਾ ਹੈ ਵੀ ਇਹਦਾ ਜਿਹੜਾ ਮੁੱਢ ਹੈ ਸ਼ਹੀਦ ਭਾਈ ਮਨੀ ਸਿੰਘ ਨੇ ਬੰਨਿਆ ਸੀ। ਅਕਾਲ ਤਖਤ ਬਾਕੀ ਜੋ ਪੰਥਕ ਮਰਿਆਦਾ ਹੈ, ਪੰਥਕ ਮਰਿਆਦਾ ਦੇ ਅਨੁਸਾਰ ਸਾਰੇ ਕਹਿੰਦੇ ਆ 10ਵੇਂ ਪਾਤਸ਼ਾਹ, ਪਰ ਪੰਥਕ ਮਰਿਆਦਾ ਦੇ ਅਨੁਸਾਰ ਹੈ 10ਵਾਂ ਪਾਤਸ਼ਾਹ। 10ਵਾਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀਓ ਮਹਾਰਾਜ। ਧੰਨ ਧੰਨ ਗੁਰੂ ਸਾਹਿਬ ਜੋ ਦੀਨ ਦੁਨੀਆ ਦੇ ਰੱਖਿਅਕ ਬਣ ਕੇ ਆਏ। ਇੱਥੇ ਸਵਾਲ ਖੜਾ ਹੁੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਸੇ ਧਰਮ ਦਾ ਪ੍ਰਚਾਰ ਕਰਿਆ ਹੈ ਜੋ ਗੁਰੂ ਨਾਨਕ ਸਾਹਿਬ ਨੇ ਕੀਤਾ ਸੀ, ਜਾਂ ਉਹਨਾਂ ਨੇ ਵੱਖਰੇ ਕਿਸੇ ਹੋਰ ਧਰਮ ਦਾ ਪ੍ਰਚਾਰ ਕਰਿਆ? ਕਿਉਂਕਿ ਇਹੋ ਜਿਹੇ ਸਵਾਲ ਕਈ ਨੇ। ਜਵਾਦਕ ਅੱਜ ਦੇ ਪੜ੍ਹਿਆ ਲਿਖਿਆ ਜੋ ਸਮਝ ਤੋਂ ਪਰੇ ਹੈ ਗੁਰੂ ਦੀ ਵਡਿਆਈ, ਉਹ ਸਮਝ ਨਹੀਂ ਸਕਦੇ। ਦੀਨ ਦੁਨੀਆ ਦੇ ਅੰਦਰ ਗੁਰੂ ਦੀ ਵਡਿਆਈ ਐਸਾ ਕੋਈ ਜ਼ਬਾਨ ਨਹੀਂ ਬਣੀ, ਲਫ਼ਜ਼ ਨਹੀਂ ਬਣੇ ਜਿਸ ਲਫ਼ਜ਼ਾਂ ਦੇ ਨਾਲ, ਜਿਸ ਜ਼ਬਾਨ ਦੇ ਨਾਲ ਗੁਰੂ ਦੀ ਸਾਰੀ ਵਡਿਆਈ ਕੀਤੀ ਜਾਏ। ਪਰ ਜੋ ਪੰਥਕ ਮਰਿਆਦਾ ਅਕਾਲ ਤਖਤ ਦੇ ਜੋ ਮਰਿਆਦਾ ਦ੍ਰਿੜ ਹੈ, ਉਹ ਹੈ 10ਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੀ ਸਭ ਥਾਈਂ ਹੋਏ ਸਹਾਏ। ਅੱਗੇ ਆਉਂਦਾ ਹੈ 10 ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਇੱਥੋਂ ਤੱਕ। ਹੁਣ ਪੰਥਕ ਮਰਿਆਦਾ 10ਵਾਂ ਪਾਤਸ਼ਾਹ ਕਰਕੇ ਮਰਿਆਦਾ ਅੰਦਰ ਇਸ ਦੀ ਲਿਖਤ ਹੈ। ਸੋ ਅੱਜ ਤੋਂ ਬਾਅਦ ਜਦੋਂ ਵੀ ਅਰਦਾਸ ਬੇਨਤੀ ਕਰੋਗੇ, ਬੇਨਤੀ ਆ ਹੈ 10ਵਾਂ ਪਾਤਸ਼ਾਹ ਉੱਥੇ ਸ਼ਬਦ ਵਰਤਿਓ। ਹੁਣ ਇਸ ਦੇ ਅੰਦਰ ਆ ਹੈ ਵੀ ਜੋ ਗੁਰੂ ਨਾਨਕ ਸਾਹਿਬ ਨੇ ਮਰਿਆਦਾ ਦ੍ਰਿੜ ਕਰਵਾਈ, ਜੋ ਉਹਨਾਂ ਨੇ ਇੱਕ ਧਰਮ ਚਲਾਇਆ ਕਿ ਗੁਰੂ ਗੋਬਿੰਦ ਸਿੰਘ ਉਸ ਧਰਮ ਤੋਂ ਵੱਖਰੇ ਸੀ ਜਾਂ ਉਸੇ ਧਰਮ ਦੇ ਅੰਦਰ ਹੀ ਉਹੀ ਪ੍ਰਚਾਰ ਕੀਤਾ। ਧਿਆਨ ਦਿਓ, ਕਿਉਂਕਿ ਮਨ ਅਤੇ ਸਾਡੇ ਅੰਦਰ ਇੰਨੇ ਖੋਖਲੇ ਹੋ ਚੁੱਕੇ ਹੈ। ਗੁਰੂ ਤੇ ਜੇ ਸ਼ੱਕ ਕਰਨਾ ਹੋਵੇ ਮਿੰਟ ਲੱਗਦਾ ਹੈ, ਜੇ ਭਰੋਸਾ ਕਰਨਾ ਹੋਵੇ ਸਾਨੂੰ ਬਹੁਤ ਕੁਝ ਗੁਰੂ ਤੋਂ ਫਿਰ ਲੈਣਾ ਪੈਂਦਾ ਹੈ। ਜੇ ਗੁਰੂ ਦਈ ਗਿਆ ਫਿਰ ਤਾਂ ਭਰੋਸਾ ਹੀ ਭਰੋਸਾ ਹੈ, ਜੇ ਕਿਤੇ ਇੱਕ ਦਿਨ ਖੁੰਝ ਗਏ ਉਦੋਂ ਫਿਰ ਕੋਈ ਭਰੋਸਾ ਹੀ ਨਹੀਂ ਰਹਿੰਦਾ। ਹੁਣ ਧਿਆਨ ਦੇਣਾ, ਜੋ ਸ਼ੁਰੂ ਕੀਤੀ ਸੀ ਵਿਚਾਰ ਉਸ ਦੇ ਵਿੱਚ ਸੀ ਪ੍ਰਥਮ ਭਗਉਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ, ਕਿਉਂਕਿ ਗੁਰੂ ਨਾਨਕ ਦੇ ਨਾਮ ਤੋਂ ਬਿਨਾਂ ਸਭ ਕੁਝ ਵਾਂਝਾ ਹੈ ਜੀ। ਜਿੱਥੇ ਗੁਰੂ ਨਾਨਕ ਸਾਹਿਬ ਨੇ ਉੱਥੇ ਸਭ ਕੁਝ ਹੈ, ਜਿੱਥੇ ਇਹਨਾਂ ਦਾ ਨਾਮ ਨਹੀਂ ਉੱਥੇ ਸਮਝ ਲਿਓ ਕੁਝ ਵੀ ਨਹੀਂ ਹੈ। ਸੱਤਾ ਬਲਵੰਡਾ ਜੀ ਨੇ ਬਚਨ ਕੀਤੇ, ਕਹਿਣ ਲੱਗੇ ਗੁਰੂ ਨਾਨਕ ਸਾਹਿਬ ਨੇ ਰਾਜ ਚਲਾਇਆ ਹੈ। ਹੁਣ ਇਹ ਸਾਰੀਆਂ ਪੰਕਤੀਆਂ ਤੇ ਧਿਆਨ ਦਿਓ। ਕਹਿਣ ਲੱਗੇ ਗੁਰੂ ਨਾਨਕ ਸਾਹਿਬ ਨੇ ਰਾਜ ਚਲਾਇਆ, ਉਹ ਰਾਜ ਕਿਹੜਾ ਸੀ? ਉਹ ਰਾਜ ਸੀ ਸੱਚ ਦਾ। ਕਿਉਂਕਿ ਧਰਮ ਦੀ ਜਦੋਂ ਵੀ ਨਿਉ ਰੱਖੀ ਜਾਂਦੀ ਹੈ, ਝੂਠ ਤੇ ਨਹੀਂ, ਪਿੱਲੀਆਂ ਇੱਟਾਂ ਤੇ ਨਹੀਂ, ਕਦੇ ਵੱਡੀ ਇਮਾਰਤ ਦੀ ਨਿਉ ਰੱਖੀ ਜਾ ਸਕਦੀ। ਇਮਾਰਤ ਜੇ ਖੜੀ ਕਰਕੇ ਸਦਾ ਲਈ ਰੱਖਣੀ, ਉਹਦੀ ਨਿਉ ਤਕੜੀ ਕਰਨੀ ਪੈਂਦੀ ਹੈ। ਸਿੱਖੀ ਦੀ ਨਿਉ ਹੀ ਗੁਰੂ ਨਾਨਕ ਸਾਹਿਬ ਨੇ।
ਹੁਣ ਸਿੱਖੀ ਦਾ ਜੋ ਆਪਾਂ ਕਹਿੰਦੇ ਆ ਵੀ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਨਹੀਂ, ਗੁਰੂ ਨਾਨਕ ਦਾ ਆਗਮਨ ਇਸ ਦੁਨੀਆ ਵਿੱਚ ਹੋਇਆ, ਭਾਵ ਕਿ ਸਿੱਖੀ ਦਾ ਜਨਮ ਵੀ ਉਸੇ ਵੇਲੇ ਹੀ ਹੋ ਗਿਆ ਜਿਸ ਸਮੇਂ ਗੁਰੂ ਨਾਨਕ ਸਾਹਿਬ ਇਸ ਧਰਤੀ ਤੇ ਆਗਮਨ ਲੈ ਕੇ ਆਏ। ਸੱਤਾ ਬਲਵੰਡੇ ਜੀ ਨੇ ਕਿਹਾ, ਕਹਿਣ ਲੱਗੇ ਗੁਰੂ ਨਾਨਕ ਸਾਹਿਬ ਨੇ ਇੱਕ ਰਾਜ ਚਲਾਇਆ ਹੈ, ਉਹ ਰਾਜ ਹੈ ਸੱਚ ਦਾ, ਉਹ ਰਾਜ ਸੀ ਧਰਮ ਦਾ। ਪੰਕਤੀ ਹੈ, ਨਾਨਕ ਰਾਜ ਚਲਾਇਆ ਸਚਕੋਟ ਸਤਾਣੀ ਨੀਵੰਦ ਹੈ। ਸਾਰੇ ਦੇ ਸਾਰੇ ਇਹਦੇ ਅੱਗੇ ਝੁਕਦੇ ਨੇ, ਸੱਚੀ ਨਿਉ ਰੱਖੀ ਹੈ, ਸੱਚੇ ਧਰਮ ਦੀ ਨਿਉ ਰੱਖੀ। ਅਤੇ ਭਾਈ ਗੁਰਦਾਸ ਕਹਿਣ ਲੱਗੇ ਕੇਵਲ ਧਰਮ ਨਹੀਂ, ਕੇਵਲ ਨਿਉ ਨਹੀਂ ਰੱਖੀ, ਕਹਿਣ ਲੱਗੇ ਗੁਰੂ ਨਾਨਕ ਸਾਹਿਬ ਨੇ ਇੱਕ ਸਿੱਕਾ ਵੀ ਚਲਾਇਆ ਸੀ। ਭਾਈ ਸਾਹਿਬ ਉਹ ਸਿੱਕਾ ਕਿਹੜਾ ਹੈ? ਕਹਿਣ ਲੱਗੇ ਮਾਰਿਆ ਸਿੱਕਾ ਜਗਤਰ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਸਾਰੇ ਜਗਤ ਵਿਖੇ ਹੁਕਮ ਦਾ ਸਿੱਕਾ ਮਾਰਿਆ ਅਤੇ ਬਾਬੇ ਨਾਨਕ ਨੇ ਹਉਮੈ ਰੂਪੀ ਮੈਲ ਨੂੰ ਦੂਰ ਕਰਦਿਆਂ ਹੋਇਆਂ ਰਹਿਤ ਪੰਥ ਤੋਰਿਆ। ਉਸ ਰਹਿਤ ਪੰਥ ਵਿੱਚ ਕੀ ਸੀ? ਕਿਸੇ ਨਾਲ ਜ਼ੋਰ ਜ਼ਬਰ ਨਹੀਂ, ਕਿਸੇ ਨਾਲ ਧੱਕਾ ਨਹੀਂ, ਨਾ ਕਰਨਾ ਨਾ ਹੋਣ ਦੇਣਾ। ਕਹਿਣ ਲੱਗੇ ਇਹਨਾਂ ਨੇ ਇਹ ਸਿੱਕਾ ਚਲਾ ਕੇ ਇੱਕ ਨਿਰਮਲ ਪੰਥ ਚਲਾਇਆ ਸੀ ਗੁਰੂ ਨਾਨਕ ਸਾਹਿਬ ਨੇ। ਹੁਣ ਮਨ ਵਿੱਚ ਆਉਂਦੀ ਹੈ ਵੀ ਸਿੱਖ ਆਏ ਕਿੱਥੋਂ? ਹੁਣ ਦੇਖੀਏ ਗੁਰੂ ਨਾਨਕ ਸਾਹਿਬ ਨੇ ਸ਼ੁਰੂਆਤੀ ਆ ਬਚਨ ਨਹੀਂ ਕੀਤੇ ਕਿਤੇ ਵੀ ਕਿਤੇ ਗੁਰੂ ਸਾਹਿਬ ਨੇ ਮਰਿਆਦਾ ਦ੍ਰਿੜ ਕਰਵਾਈ ਜੋਗੀਆਂ ਵਾਲੀ, ਦਿਗੰਬਰਾਂ ਵਾਲੀ, ਕਿਤੇ ਮਰਿਆਦਾ ਦ੍ਰਿੜ ਕਰਵਾਈ ਇੱਥੇ ਸਿੱਧਾਂ ਵਾਲੀ, ਗੋਰਖਨਾਥ ਦੇ ਚੇਲਿਆਂ ਵਾਲੀ, ਕਿਤੇ ਮਰਿਆਦਾ ਦ੍ਰਿੜ ਕਰਵਾਈ ਕਿਤੇ ਦੇਹ ਧਾਰਿਆਂ ਵਾਲੀ, ਕਿਤੇ ਇੱਥੇ ਹੋਰ ਮਜ਼ਹਬਾਂ ਵਾਲੀ, ਨਾ ਹਿੰਦੂਆਂ ਵਾਲੀ ਨਾ ਮੁਸਲਮਾਨ ਮਤ ਵਾਲੀ। ਇਹਨਾਂ ਵਿੱਚੋਂ ਕਿਸੇ ਵੀ ਪੰਥ ਦੇ ਵਿੱਚੋਂ ਆ ਪੰਥ ਨਹੀਂ ਲਿਆ ਗਿਆ। ਇਸ ਗੱਲ ਤੇ ਧਿਆਨ ਦਿਓ, ਕਿਉਂਕਿ ਸਾਰੇ ਦੇ ਸਾਰੇ ਜੋ ਆਪਾਂ ਕਹਿੰਦੇ ਹਾਂ ਸਬੂਤ ਦਿਖਾਓ ਜੀ ਕਿੱਥੇ। ਅਸਲ ਵਿੱਚ ਜੇ ਗੁਰਬਾਣੀ ਹਿਰਦੇ ਨਾਲ ਜੋੜ ਕੇ ਕਿਤੇ ਪੜ੍ਹੀ ਹੁੰਦੀ ਨਾ ਤੇ ਸਾਡਾ ਮਨ ਕਦੇ ਸਵਾਲ ਹੀ ਨਾ ਕਰਦਾ ਸਨ। ਪਹਿਲਾ ਬਚਨਾ ਸੀ ਵੀ ਗੁਰੂ ਨਾਨਕ ਸਾਹਿਬ ਨੇ ਨਿਰਮਲ ਪੰਥ ਚਲਾਇਆ, ਕਿਉਂਕਿ ਅਰਦਾਸ ਕਰਨ ਤੋਂ ਪਹਿਲਾਂ ਪਤਾ ਹੋਣਾ ਚਾਹੀਦਾ ਹੈ। ਅਤੇ ਜੇ ਆਪਾਂ ਕਹੀਏ ਵੀ ਵਿੱਚੋਂ ਕਿਤੇ ਜੋਗੀਆਂ ਤੋਂ ਨਿਕਲ ਕੇ ਆ ਗਿਆ, ਦਿਗੰਬਰੀਆਂ ਤੋਂ ਨਿਕਲ ਕੇ ਆ ਗਿਆ ਆ ਜਿਹੜਾ ਪੰਥ ਹੈ, ਤੇ ਭਾਈ ਗੁਰਦਾਸ ਕਹਿਣ ਲੱਗੇ ਨਹੀਂ, ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੋਸ ਆਪਣਾ ਪੰਥ ਨਿਰਾਲਾ। ਸ਼ਬਦਾਂ ਦੇ ਨਾਲ ਸਿੱਧਾਂ ਦੀ ਮੰਡਲੀ ਨੂੰ ਗੁਰੂ ਸਾਹਿਬ ਨੇ ਜਿੱਤਿਆ ਸੀ, ਕਿਉਂਕਿ ਜਿੰਨਾ ਜ਼ੋਰ ਗੁਰੂ ਸਾਹਿਬ ਦੀ ਸ਼ਬਦ ਵਿੱਚ ਦਿੰਦੇ ਨੇ ਹੋਰ ਕੋਈ ਨਹੀਂ ਦਿੰਦਾ ਜੀ। ਕਿ ਤੋਸ ਆਪਣਾ ਪੰਥ ਨਿਰਾਲਾ। ਜੇ ਇੱਥੇ ਅੱਡ ਦੀ ਗੱਲ ਨਾ ਹੁੰਦੀ ਤੇ ਇੱਥੇ ਨਿਰਾਲਾ ਨਹੀਂ ਹੋਣਾ ਸੀ, ਉਹਨਾਂ ਕਹਿਣਾ ਸੀ ਵਿੱਚੋਂ ਹੀ ਕਿਤੇ ਨਿਕਲ ਕੇ ਆ ਗਏ। ਜਦੋਂ ਇਸ ਗੱਲ ਤੇ ਪਹਿਲਾਂ ਸਾਨੂੰ ਵਿਸ਼ਵਾਸ ਕਰਨਾ ਪਏਗਾ ਗੁਰੂ ਨਾਨਕ ਦਾ ਆਗਮਨ ਸਿੱਖੀ ਦਾ ਜਨਮ ਹੈ ਤੇ ਗੁਰੂ ਨਾਨਕ ਦਾ ਬਚਨ ਹੀ ਸਿੱਖੀ ਨੂੰ ਗਾਂ ਤੋਰਨ ਦੀ ਰਹਿਤ ਮਰਿਆਦਾ ਹੈ। ਉੱਥੇ ਬਚਨਤੀ ਕਿ ਤੋਸ ਆਪਣਾ ਪੰਥ ਨਿਰਾਲਾ, ਆਪਣੇ ਪੰਥ ਨੂੰ ਨਿਰਾਲਿਆਂ ਕਰਕੇ ਰੱਖਿਆ ਸੀ ਵੀ ਇਹਨਾਂ ਪਖੰਡਵਾਦੀਆਂ ਤੋਂ ਬਚ ਕੇ ਰਹੀ ਸਾਰਿਆਂ ਤੋਂ। ਹੁਣ ਦੇਖੋ, ਇੱਕ ਅਨਪੜ੍ਹ ਹੋਇਆ, ਇੱਕ ਪੜ੍ਹਿਆ ਲਿਖੇ ਦੀ ਜਿਹੜੀ ਨਿਉ ਰੱਖੀ ਗਈ ਸਕੂਲ ਤੋਂ, ਕਿਉਂਕਿ ਉਹ ਵਿਦਿਆਰਥੀ ਜਦੋਂ ਬਣ ਕੇ ਜਾਂਦਾ ਇਸ ਕਰਕੇ ਉਹ ਵੱਖਰਾ ਤਾਂ ਹੁੰਦਾ ਤਾਂ ਉਹਨਾਂ ਵਰਗਾ ਹੀ ਹੈ, ਪਰ ਵੱਖਰਾ ਉਹ ਤਾਂ ਬਣ ਜਾਂਦਾ ਕਿਉਂਕਿ ਉਹ ਵਿਦਿਆਰਥੀ ਹੁੰਦਾ ਹੈ। ਵਿਦਿਆਰਥੀ ਹੈ ਅਨਪੜ੍ਹ ਨਾਲੋਂ ਵੱਖਰਾ। ਕਹਿਣ ਲੱਗੇ ਸਿੱਖ ਗੁਰੂ ਕੀ ਪੜ੍ਹਦਾ ਹੈ ਬਾਣੀਆਂ ਦੂਜਿਆਂ ਨਾਲੋਂ ਵੱਖਰਾ। ਕਿ ਤੋਸ ਆਪਣਾ ਪੰਥ ਨਿਰਾਲਾ। ਹੁਣ ਹੈ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਜਾਣਦੇ ਆ ਵੀ ਹੇਮਕੁੰਟ ਸਾਹਿਬ ਜੋ ਪਰਬਤ ਹੈ, ਸਪਤ ਸ੍ਰਿੰਗ ਜੋਤ 7 ਪਹਾੜੀਆਂ ਨੇ, ਉੱਥੇ ਸੁਭਾਏਮਾਨ ਹੇਮਕੁੰਟ ਸਾਹਿਬ ਹੈ ਗੁਰਦੁਆਰਾ ਸਾਹਿਬ। ਤੇ ਇੱਥੇ ਮਨੌਤ ਹੈ ਅਤੇ ਦਰਜ ਵੀ ਹੈ ਗੁਰਬਾਣੀ ਦੇ ਅੰਦਰ ਵੀ ਪਿਛਲੇ ਜਨਮ ਦੇ ਅੰਦਰ ਦੁਸ਼ਟ ਦਮਨ ਦੇ ਨਾਮ ਸੀ ਗੁਰੂ ਗੋਬਿੰਦ ਸਿੰਘ ਜੀ ਦਾ। ਉਸ ਸਮੇਂ ਗੁਰੂ ਸਾਹਿਬ ਨੇ ਉੱਥੇ ਕਰਤਾਰ ਦੀ ਉਸ ਪਰਮਾਤਮਾ ਦੀ ਯਾਦ ਵਿੱਚ ਜੁੜੇ ਰਹੇ।
ਜਦੋਂ ਕਹਿਣ ਲੱਗੇ ਇਹਨਾਂ ਨੂੰ ਹੁਕਮ ਹੋਇਆ ਵੀ ਤੁਸਾਂ ਨੇ ਆਗਮਨ ਲੈਣਾ ਹੈ ਜਾ ਕੇ ਧਰਤੀ ਤੇ, ਕਿਉਂਕਿ ਸਾਰੇ ਦੇ ਸਾਰੇ ਗੱਲਾਂ ਗੁਰਬਾਣੀ ਅੰਦਰ ਦਰਜ ਨੇ, ਵੱਖਰੀਆਂ ਨਹੀਂ, ਅੱਡ ਨਹੀਂ। ਕਹਿਣ ਲੱਗੇ ਕਲਯੁਗ ਦਾ ਭਾਰਾ ਸਮਾਂ ਹੈ, ਆਪ ਜੀ ਨੂੰ ਧਰਤੀ ਤੇ ਜਾਣਾ ਪਏਗਾ। ਤੇ ਗੁਰੂ ਸਾਹਿਬ ਨੇ ਇੱਕੋ ਹੀ ਬਚਨ ਕੀਤਾ ਸੀ। ਉਹਨਾਂ ਨੇ ਸਾਰੀ ਦੀ ਸਾਰੀ ਵਾਰਤਾ ਦਸਮ ਅੰਦਰ ਦਰਜ ਕਰਾਈ ਹੈ। ਕਹਿਣ ਲੱਗੇ ਚਿਤਨਾ ਭਇਓ ਹਮਰੋ ਆਵਨਕੈ, ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ। ਮੇਰਾ ਚਿੱਤ ਨਹੀਂ ਕਰਦਾ ਦੁਨੀਆ ਅੰਦਰ ਜਾਣ ਦਾ। ਧਿਆਨ ਦਿਓ, ਕਹਿਣ ਲੱਗੇ ਚਿਤਨਾ ਭਇਓ ਹਮਰੋ ਆਵਨਕੈ, ਚੁਭੀ ਰਹੀ ਸੁਰਤ ਪ੍ਰਭ ਚਰਨਨ ਮੈਂ। ਮੇਰਾ ਚਿੱਤ ਨਹੀਂ ਕਰਦਾ ਦੁਨੀਆ ਤੇ ਜਾਣ ਦਾ, ਅਤੇ ਮੇਰੀ ਜਿਹੜੀ ਸੁਰਤ ਹੈ ਖੁੱਭੀ ਹੋਈ ਹੈ ਉਸ ਪਰਮਾਤਮਾ ਦੀ ਯਾਦ ਦੇ ਅੰਦਰ, ਉਹਦੀ ਚਰਨਾਂ ਦੇ ਅੰਦਰ। ਹੁਣ ਧਿਆਨ ਦਿਓ, ਪਟਨਾ ਸਾਹਿਬ ਤੋਂ ਗੁਰੂ ਸਾਹਿਬ ਜੀ ਦੀ ਯਾਤਰਾ ਸ਼ੁਰੂ ਹੁੰਦੀ ਹੈ। ਪਟਨਾ ਸਾਹਿਬ ਤੋਂ ਲੈ ਕੇ ਹਜੂਰ ਸਾਹਿਬ ਤੱਕ ਕਿਹੜਾ ਦੁੱਖ ਹੈ, ਆਪਣੇ ਅੱਖਾਂ ਦੇ ਨਾਲ ਜੇ ਦੇਖੀਏ ਜੀ, ਕਿਹੜਾ ਦੁੱਖ ਹੈ ਜੋ ਪਟਨਾ ਸਾਹਿਬ ਤੋਂ ਚੱਲ ਕੇ ਹਜੂਰ ਸਾਹਿਬ ਤੱਕ ਕਿਹੜਾ ਦੁੱਖ ਰਹਿ ਗਿਆ ਜੋ ਗੁਰੂ ਸਾਹਿਬ ਨੇ ਨਹੀਂ ਸੀ ਦੇਖਿਆ। ਇੱਥੇ ਵਸਦੇ ਵੀ ਦੇਖ ਲਏ, ਕਹਿਣ ਲੱਗੇ ਇੱਥੇ ਜਾਂਦੇ ਵੀ ਦੇਖ ਲਏ, ਇੱਥੇ ਜੰਮਦੇ ਵੀ ਦੇਖ ਲਏ, ਕਹਿਣ ਲੱਗੇ ਇੱਥੇ ਸ਼ਹੀਦ ਹੁੰਦੇ ਵੀ ਵੇਖ ਲਏ। ਕਹਿਣ ਲੱਗੇ ਇਹਨਾਂ ਨਿਸ਼ਾਨ ਸਾਹਿਬਾਂ ਨੂੰ ਝੂਲਦੇ ਵੀ ਦੇਖ ਲਏ, ਤੇ ਨਿਸ਼ਾਨ ਸਾਹਿਬਾਂ ਨੂੰ ਇਸ਼ਨਾਨ ਕਰਨ ਲੱਗੇ ਉਹ ਖੂਨ ਵੀ ਤੱਕ ਲਿਆ ਸੀ। ਕਿਹੜੀ ਚੀਜ਼ ਸੀ, ਕਹਿਣ ਲੱਗੇ ਕਿਹੜਾ ਦੁੱਖ ਜਿਹੜੇ ਗੁਰੂ ਸਾਹਿਬ ਨੇ ਨਹੀਂ ਸੀ ਦੇਖਿਆ। ਉਹ ਸਮਰੱਥ ਸੀ, ਪਰ ਸਾਡੇ ਹਿਰਦੇ ਨਾਲ ਜੇ ਦੇਖੀਏ ਨਾ, ਤੇ ਗੁਰੂ ਜੀ ਕਿਹੜਾ ਦੁੱਖ ਜਿਹੜਾ ਉਸ ਜਾਮੇ ਦੇ ਵਿੱਚ ਤੁਸੀਂ ਦੇਖ ਕੇ ਨਹੀਂ ਗਏ ਸੀ। ਹੁਣ ਅੱਗੇ ਜੋ ਆਉਂਦਾ ਹੈ, ਕਿਉਂਕਿ ਜਦੋਂ ਉੱਥੇ ਹੋਇਆ ਵੀ ਤੁਸੀਂ ਧਰਤੀ ਤੇ ਜਾਣਾ, ਤੇ ਦੇਖਿਓ ਦੀਨ ਦੁਨੀਆ ਦੇ ਲੋਕ ਆਪਾਂ ਵੀ ਗੁਰੂ ਸਾਹਿਬ ਦਾ ਇਤਿਹਾਸ ਪੜ੍ਹ ਕੇ ਹਿਰਦਾ ਕੰਮ ਜਾਂਦਾ, ਪਰ ਉਹੀ ਗੁਰੂ ਨਾਨਕ ਦੀ ਜੋਤ ਸੀ। ਪਟਨੇ ਤੋਂ ਲੈ ਕੇ ਹਜੂਰ ਸਾਹਿਬ ਤੱਕ ਜਿਹੜੀ ਸੁਰਤ ਉਹਨਾਂ ਦੀ ਉਦੋਂ ਚੁਭੀ ਹੋਈ ਸੀ, ਉਹੀ ਸੁਰਤ ਪਟਨੇ ਤੋਂ ਲੈ ਕੇ ਹਜੂਰ ਸਾਹਿਬ ਤੱਕ ਜੁੜੀ ਰਹੀ ਸੀ। ਭਾਵੇਂ ਕੁਛ ਹੀ ਭਾਣਾ ਵਾਪਰੀ ਗਿਆ, ਪਰ ਇਹਨਾਂ ਦੀ ਜਿਹੜੀ ਸੁਰਤ ਸੀ, ਗੁਰਬਾਣੀ ਕਹਿੰਦੀ ਹੈ ਇਹਨਾਂ ਦੀ ਸੁਰਤ ਸਦਾ ਹੀ ਪ੍ਰਭ ਚਰਨ ਅੰਦਰ ਚੁਭੀ ਰਹੀ ਹੈ। ਜਿਉਂ-ਜਿਉਂ ਪ੍ਰਭ ਹਮ ਕੋ ਸਮਝਾਇਓ, ਇਮ ਕਹਿ ਕੇ ਇਹ ਲੋਕ ਪਠਾਇਓ। ਜਿਵੇਂ ਜਿਵੇਂ ਪਰਮਾਤਮਾ ਨੇ ਹੁਕਮ ਦਿੱਤਾ, ਉਵੇਂ ਅਸੀਂ ਕਹਿਣ ਲੱਗੇ ਸੰਸਾਰ ਤੇ ਆ ਗਏ। ਅੱਗੇ ਤੇ ਅਗਲੇ ਬਚਨ ਅੰਦਰ ਹੋਏ, ਤੇ ਉਦੋਂ ਬਚਨ ਸੀ, ਕਹਿਣ ਲੱਗੇ ਮੈਂ ਆਪਣਾ ਸੁਤ ਤੋਹੇ ਨਿਵਾਜਾ। ਆਪਣਾ ਸੁਤ ਮੈਂ ਆਪਣਾ ਪੁੱਤਰ ਥਾਪ ਕੇ ਗੁਰੂ ਗੋਬਿੰਦ ਸਿੰਘ ਨੂੰ ਧਰਤੀ ਤੇ ਪਿਆ ਆਗਮਨ ਕਰਵਾਉਣਾ। ਬਚਨ ਸੀ ਮੈਂ ਆਪਣਾ ਸੁਤ ਤੋਹੇ ਨਿਵਾਜਾ, ਪੰਥ ਪ੍ਰਚਰ ਕਰਬੇ ਕਹਿ ਸਾਜਾ। ਉੱਥੇ ਹੀ ਆ ਗਈ ਜੀ ਗੱਲ ਨਿਰਮਲ ਪੰਥ ਵਾਲੀ। ਇਹਦੇ ਵਿੱਚ ਹੁਣ ਭੇਦ ਬਿਲਕੁਲ ਜਿਹੜਾ ਸੀ ਉਹ ਸਾਰਾ ਕਲੀਅਰ ਕਰ ਦਿੱਤਾ। ਗੁਰੂ ਨਾਨਕ ਸਾਹਿਬ ਜਿਹੜੇ ਪੰਥ ਦੀ ਗੱਲ ਕਰਦੇ ਨੇ, ਉਸ ਪੰਥ ਨੂੰ ਚਲਾਉਣ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਨੇ। ਸ਼ਬਦ ਆ ਗਿਆ ਉਹੀ ਪੰਥ ਪ੍ਰਚਰ ਕਰਬੇ ਕਹਿ ਸਾਜਾ। ਅਸ ਪੰਥ ਦਾ ਪ੍ਰਚਾਰ ਕਰਨ ਲਈ। ਕਿਹੜਾ ਪ੍ਰਚਾਰ, ਕਿਹੜਾ ਧਰਮ? ਕਹਿਣ ਲੱਗੇ ਜਿਹੜੇ ਗੁਰੂ ਨਾਨਕ ਸਾਹਿਬ ਨੇ ਸਿੱਕਾ ਚਲਾਇਆ ਸੀ, ਸੱਚ ਧਰਮ ਦਾ, ਸੱਚੀ ਨਿਉ ਦਾ। ਨਾ ਧੱਕਾ ਹੋਣਾ, ਨਾ ਧੱਕਾ ਕਰਨ ਦੇਣਾ, ਨਾ ਧੱਕਾ ਦੇਖਣਾ। ਪੰਥ ਪ੍ਰਚਰ ਕਰਬੇ ਕਹਿ ਸਾਜਾ, ਜਹਾਂ ਤਹਾਂ ਤੇ ਧਰਮ ਚਲਾਏ, ਕੁਬਦ ਕਰਨ ਤੇ ਲੋਕ ਹਟਾਏ। ਹੁਣ ਇੱਥੇ ਦੇਖਿਓ ਅਨੇਕ ਤਰ੍ਹਾਂ ਦੇ ਜੇ ਆਪਾਂ ਸੁਣਨ ਵਿੱਚ ਵੀ ਆਉਂਦੇ, ਘਰੇ ਵੀ ਗੱਲਾਂ ਕਰਦੇ ਹਾਂ ਵੀ ਗੁਰੂ ਸਾਹਿਬ ਨੇ ਵੀ ਕਿਸੇ ਮਤ ਦਾ ਅੰਤ ਕਰਨ ਲਈ ਸੋਚਿਆ ਸੀ। ਕਿਉਂਕਿ ਆਹ ਗੱਲ ਸਾਡੇ ਲਈ ਬੜੀ ਜ਼ਰੂਰੀ ਹੈ, ਕਿਉਂਕਿ ਜੋ ਆਹ ਗੱਲਾਂ ਹੁੰਦੀਆਂ ਕਈ ਧਰਮਾਂ ਦੇ ਵਿੱਚ ਸਾਡੀਆਂ ਪਾੜ ਪਵਾ ਦਿੰਦੀਆਂ ਨੇ। ਸਾਨੂੰ ਆ ਸਮਝਣਾ ਅਤ ਦੀ ਜ਼ਰੂਰੀ ਹੈ। ਇੱਥੇ ਸੀ ਜਹਾਂ ਤਹਾਂ ਤੈ ਧਰਮ ਚਲਾਏ, ਕੁਬਦ ਕਰਨ ਤੇ ਲੋਕ ਹਟਾਏ। ਅਗਲੇ ਬਚਨਾਂ ਦੇ ਅੰਦਰ ਹਮ ਇਹ ਕਾਜ ਜਗਤ ਮੁਆਏ, ਧਰਮ ਹੇਤ ਗੁਰਦੇਵ ਪਠਾਏ। ਜਹਾਂ ਤਹਾਂ ਤੁਮ ਧਰਮ ਵਿਥਾਰੋ, ਦੁਸ਼ਟ ਦੋਖੀਆਂ ਪੱਕਰ ਪਛਾਰੋ। ਦੁਸ਼ਟ ਦੋਖੀਆਂ ਦੀ ਗੱਲ ਹੋਈ ਹੈ, ਤੇ ਕਿਸੇ ਮਤ ਦੀ ਗੱਲ ਨਹੀਂ ਹੋਈ। ਇੱਥੇ ਗੁਰੂ ਸਾਹਿਬ ਨੇ ਗੁਰਬਾਣੀ ਅੰਦਰ ਦਸਮ ਦੀ ਬਾਣੀ ਹੈ। ਇੱਥੇ ਜਿਹੜੇ ਲੋਕ ਜੋੜ ਦਿੰਦੇ ਵੀ ਕਿਤੇ ਆ ਦੂਜੀ ਮਤ ਨੂੰ ਗੁਰੂ ਸਾਹਿਬ ਜੀ ਖਤਮ ਕਰਨ ਆਏ ਸੀ, ਨਹੀਂ ਜੀ ਨਹੀਂ, ਆ ਬਿਲਕੁਲ ਵੀ ਨਹੀਂ ਹੈ। ਗੁਰੂ ਸਾਹਿਬ ਇੱਥੇ ਕਿਸੇ ਮਤ ਨੂੰ ਖਤਮ ਕਰਨ ਨਹੀਂ ਆਏ ਸੀ।
ਗੁਰੂ ਸਾਹਿਬ ਦਾ ਆਗਮਨ ਦਾ ਜਿਹੜਾ ਵਿਸ਼ਾ ਸੀ ਉਹ ਕੇਵਲ ਦੁਸ਼ਟ ਦੋਖੀਆਂ ਨੇ ਪੱਕਰ ਪਛਾਰੋ। ਹੁਣ ਦੁਸ਼ਟ ਬੰਦਾ ਤਾਂ ਸਿੱਖਾਂ ਵਿੱਚ ਵੀ ਜੰਮ ਸਕਦਾ ਹੈ ਕਿ ਸਾਡੇ ਘਰਾਂ 'ਚ, ਸਾਡੇ ਨਗਰਾਂ 'ਚ, ਸਾਡੇ ਰਹਿਣੀ ਬਹਿਣੀ ਦੇ ਕਿਤੇ ਦੁਸ਼ਟ ਬੰਦਾ ਕਿਤੇ ਪੈਦਾ ਨਾ ਹੁੰਦਾ ਹੋਵੇਗਾ। ਜੇ ਸਾਡੇ ਅੰਦਰ ਦੇ ਦੁਸ਼ਟ ਪੈਦਾ ਹੋਵੇ, ਗੁਰੂ ਸਾਹਿਬ ਕਿਤੇ ਉਹਦਾ ਸੰਘਾਰ ਨਾ ਕਰਨਗੇ। ਇੱਥੇ ਦੁਸ਼ਟ ਦੀ ਗੱਲ ਕੀਤੀ ਹੈ। ਦੁਸ਼ਟ ਭਾਵੇਂ ਇੱਥੇ ਮੁਸਲਮਾਨੀ ਮਤ ਵਿੱਚ ਆਵੇ, ਭਾਵੇਂ ਹਿੰਦੂ ਮਤ ਵਿੱਚ ਆਵੇ, ਭਾਵੇਂ ਸਿੱਖਾਂ ਦੇ ਮਤ ਵਿੱਚ ਆਵੇ, ਦੁਸ਼ਟ ਤਾਂ ਦੁਸ਼ਟ ਹੀ ਹੈ। ਜਿਹੜਾ ਬੰਦਾ ਦੁਸ਼ਟ ਬਣ ਗਿਆ, ਗੁਰੂ ਸਾਹਿਬ ਕਹਿਣ ਲੱਗੇ ਉਹ ਕਿਸੇ ਧਰਮ ਨਾਲ ਜੁੜਿਆ ਨਹੀਂ ਰਹਿੰਦਾ, ਉਹ ਦੁਸ਼ਟੀਆਂ ਦੇ ਵਿੱਚ ਹੀ ਰਹਿੰਦਾ, ਪਾਪੀਆਂ ਦੇ ਅੰਦਰ ਗਿਣਿਆ ਜਾਂਦਾ। ਫਿਰ ਕਹਿਣ ਲੱਗੇ ਕੀ ਕਰਦੇ ਆ? ਕਹਿੰਦੇ ਫਿਰ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜੋ ਮੱਥਨ ਮਧਾਣੀਆਂ ਤਿਉ ਮੱਥੇ ਧਰਮ। ਇੱਥੇ ਗੱਲ ਤਾਂ ਕੀਤੀ ਨਹੀਂ ਨਾ ਮੁਸਲਮਾਨ, ਨਾ ਹਿੰਦੂ, ਨਾ ਸਿੱਖ ਦੀ। ਕਹਿਣ ਲੱਗੇ ਜਿਹੜੇ ਦੁਸ਼ਟ ਨੇ, ਦੁਸ਼ਟਾਂ ਨੂੰ ਛੱਡਣਾ ਨਹੀਂ, ਇਸ ਤਲਵਾਰ ਨਾਲ ਇਹਨਾਂ ਦਾ ਸੰਘਾਰ ਕਰਨਾ ਹੈ। ਕਿਉਂਕਿ ਸਮਾਂ ਹੀ ਐਸਾ ਸੀ, ਗੱਲਾਂ ਨਾਲ ਸਮਝਦਾ ਨਹੀਂ ਸੀ ਅਗਲਾ। ਬਚਨ ਸੀ ਇਹ ਕਾਜ ਜਗਤ ਮੋਏ, ਆਹ ਕਾਜ ਕਰਨ ਲਈ ਆਇਆ ਸੀ। ਪੰਥ ਗੁਰੂ ਨਾਨਕ ਸਾਹਿਬ ਵਾਲਾ ਸੀ, ਪ੍ਰਚਾਰ ਵੀ ਉਹਨਾਂ ਦਾ ਹੀ ਕਰਨਾ ਸੀ। ਕਿਸੇ ਮਤ ਦਾ ਭਾਈਓ ਮੈਂ ਵੈਰੀ ਨਹੀਂ, ਕਿਸੇ ਮਤ ਨਾਲ ਮੇਰੀ ਟਾਕਰਾ ਨਹੀਂ ਹੈ। ਮੇਰੇ ਤਾਂ ਟਾਕਰਾ ਉਹਨਾਂ ਦੇ ਨਾਲ ਹੈ ਜਿਹੜਾ ਦੁਸ਼ਟ ਦੋਖੀਨ ਬਣ ਕੇ ਦੁੱਖ ਦਿੰਦਾ ਹੈ ਪ੍ਰਜਾ ਨੂੰ। ਤੇ ਸੱਚਾ ਰਾਜਾ ਆਪਣੇ ਪ੍ਰਜਾ ਨੂੰ ਦੁਖੀ ਕਦੇ ਨਹੀਂ ਦੇਖ ਸਕਦਾ। ਤੇ ਪਾਤਸ਼ਾਹ ਐਸਾ ਹੈ, ਆਪਣੀ ਪ੍ਰਜਾ ਸੰਗਤ ਨੂੰ, ਇਹਨਾਂ ਦੀ ਸੰਗਤ ਵਿੱਚ ਸਾਰੀਆਂ ਮਤਾਂ ਆ ਜਾਂਦੀਆਂ। ਧਿਆਨ ਦਿਓ, ਗੁਰੂ ਕੀ ਸੰਗਤ ਦੇ ਵਿੱਚ ਸਾਰੀਆਂ ਮਤਾਂ ਆ ਜਾਂਦੀਆਂ ਨੇ। ਹਰੇਕ ਧਰਮ, ਸਿੱਖ ਧਰਮ ਜਿਹੜਾ ਹੈ, ਕਹਿਣ ਲੱਗੇ ਇਹਦੀ ਤਾਬਿਆ ਦੇ ਵਿੱਚ, ਇਹਦੀ ਸੰਗਤ ਦੇ ਵਿੱਚ ਹਰੇਕ ਧਰਮ ਆ ਕੇ ਖਲੋ ਜਾਂਦਾ ਹੈ। ਤੇ ਸਾਰਿਆਂ ਧਰਮਾਂ ਦਾ ਪਾਤਸ਼ਾਹ ਹੈ। ਪਾਤਸ਼ਾਹ ਆਪਣੀ ਸੰਗਤ ਨੂੰ ਕਦੇ ਦੁਖੀ ਨਹੀਂ ਦੇਖਦਾ। ਜਿਹੜਾ ਪਾਤਸ਼ਾਹ ਆਪਣੇ ਸੰਗਤ ਨੂੰ ਦੁਖੀ ਨਹੀਂ ਦੇਖਦਾ, ਉਹ ਸੰਘਾਰ ਥੋੜੀ ਕਰੇਗਾ, ਉਹ ਤਾਂ ਦੁਸ਼ਟਾਂ ਨੂੰ ਮਾਰੇਗਾ। ਕਿਉਂਕਿ ਉਹ ਉਹਦੇ ਮਤ ਵਿੱਚ ਸਦਾ ਹੀ ਹੈ ਵੀ ਪਿਆਰੇ ਕਦੇ ਮੇਰੀ ਇਸ ਪ੍ਰਜਾ ਨੂੰ ਦੁੱਖ ਕਦੇ ਨਾ ਦੇ। ਹੁਣ ਜਿਹੜਾ ਅਸਲ ਵਿੱਚ ਜੁੜਨ ਦਾ ਕਾਰਨ ਹੈ, ਗੁਰੂ ਸਾਹਿਬ ਜਿਹੜੇ ਕਾਠ ਨੇ, ਜਿਹੜੇ ਪਾਪੀ ਲੋਕ ਨੇ, ਕਿ ਉਹਨਾਂ ਦਾ ਤੁਸੀਂ ਪਾਰ ਉਤਾਰਾ ਕਰੋਗੇ ਕਿ ਨਾ। ਕਿਉਂਕਿ ਹਰੇਕ ਦਾ ਮਨ ਵਿੱਚ ਇਹ ਹੁੰਦਾ ਵੀ ਬਣੇਗਾ। ਕਿ ਪਿਛਲੇ ਦਿਨਾਂ ਵਿੱਚ ਵੀ ਗੁਰੂ ਤੇਗ ਬਹਾਦਰ ਸਾਹਿਬ ਨੇ ਜੋ ਬਚਨ ਕੀਤੇ ਸੀ। ਹੁਣ ਇੱਕ ਬਚਨ ਹੈ ਭਾਈ ਗੁਰਦਾਸ ਸਾਹਿਬ ਦਾ, ਉਹਨਾਂ ਨੇ ਇੱਕ ਗੱਲ ਕਹੀ ਹੈ। ਕਹਿਣ ਲੱਗੇ ਮੈਂ ਗਿਆ ਦਰਿਆ ਦੇ ਕੰਢੇ। ਆ ਥੋੜੀ ਜਿਹੀ ਬੇਨਤੀ ਪਹਿਲਾਂ ਕੀਤੀ ਸੀ, ਅੱਜ ਪੂਰਾ ਸ਼ਬਦ ਪੜ੍ਹ ਲਾਂਗੇ। ਕਹਿਣ ਲੱਗੇ ਮੈਂ ਗਿਆ ਦਰਿਆ ਦੇ ਕੰਢੇ ਤੇ ਦੇਖਿਆ ਕਿ ਨਿੱਕਾ ਜਿਹਾ ਪੱਥਰ ਸੀ, ਕਹਿੰਦੇ ਦਰਿਆ ਅੰਦਰ ਸੁੱਟਿਆ ਤੇ ਡੁੱਬ ਗਿਆ। ਤੇ ਫਿਰ ਕਹਿੰਦੇ ਨਿੱਕਾ ਜਿਹਾ ਟੁਕੜਾ ਲੋਹੇ ਦਾ ਸੀ, ਜਦੋਂ ਉਹ ਸੁੱਟਿਆ ਉਹ ਵੀ ਡੁੱਬ ਗਿਆ। ਜਦੋਂ ਕਹਿੰਦੇ ਮੈਂ ਤੱਕਿਆ ਨਾ, ਦਰਬਾਰ ਜਿਹੜਾ ਦਰਿਆ ਸੀ, ਦਰਿਆ ਦੇ ਉੱਤੇ ਕਹਿੰਦੇ ਬੜੀ ਹੀ ਭਾਰੇ ਪੇਡੇ ਲੱਕੜ ਦੇ ਉਸ ਦਰਿਆ ਦੇ ਪਾਣੀ ਤੇ ਤਰਦੇ ਆਉਣ। ਤੇ ਮੈਂ ਕਿਹਾ ਵੀ ਕਮਾਲ ਹੋ ਗਈ, ਪੱਥਰ ਛੋਟਾ ਸੀ, ਲੋਹੇ ਦਾ ਟੁਕੜਾ ਛੋਟਾ ਸੀ, ਤੂੰ ਡੋਬ ਦਿੱਤਾ, ਪਰ ਜਿਹੜੀ ਲੱਕੜ ਟਨਾਂ ਦੇ ਹਿਸਾਬ ਦੇ ਨਾਲ ਇਹਦਾ ਭਾਰ, ਇਹਨੂੰ ਕਿਉਂ ਤਾਰਦਾ ਪਿਆ ਤੂੰ? ਇਹਦੇ ਨਾਲ ਕੀ ਤੇਰੀ ਜ਼ਿਆਦੇ ਸਾਂਝ ਹੈ? ਤੇ ਕਹਿੰਦਾ ਦਰਿਆ ਨੇ ਮੈਨੂੰ ਇੱਕ ਜਵਾਬ ਦਿੱਤਾ ਸੀ। ਕਹਿਣ ਲੱਗੇ ਨਾ ਗੁਰਦਾਸ, ਮੇਰਾ ਵੈਰ ਤਾਂ ਨਹੀਂ ਇਹਨਾਂ ਨਾਲ, ਪਰ ਅਸਲ ਵਿੱਚ ਜਿਹੜਾ ਆਹ ਦਰਖਤ ਹੈ ਨਾ, ਇਸ ਦਰਖਤ ਨੂੰ ਮੈਂ ਆਪਣੀ ਬੂੰਦ ਬੂੰਦ ਕਰਕੇ ਸਿੰਜਿਆ ਹੋਇਆ ਹੈ। ਉਹ ਜਿਹਨੂੰ ਬੂੰਦ ਬੂੰਦ ਕਰਕੇ ਪਾਲਿਆ ਜਾਏ, ਉਹਨੂੰ ਡੋਬਿਆ ਨਹੀਂ ਜਾਂਦਾ, ਭਾਵੇਂ ਵੱਢਿਆ ਵੀ ਜਾਵੇ। ਇੱਥੇ ਸਮਝੀਏ ਜਰਾ। ਕਹਿਣ ਲੱਗੇ ਤੂੰ ਪਾਲਿਆ ਹੋਇਆ ਹੈ ਤੇਰੇ ਗੁਰੂ ਦਾ, ਤੇ ਗੁਰੂ ਤੈਨੂੰ ਡੁੱਬਣ ਕਦੇ ਨਾ ਦੇਗਾ। ਪੱਥਰ ਬਿਰਤੀ ਵਾਲਾ ਡੁੱਬ ਸਕਦਾ ਹੈ। ਦੇਖਿਓ, ਨਾਲ ਦੀ ਨਾਲ ਸਮਝ ਵੀ ਦੇ ਦਿੱਤੀ। ਪੱਥਰ ਬਿਰਤੀ, ਲੋਹਾ ਬਿਰਤੀ ਕਹਿੰਦੇ ਡੁੱਬ ਸਕਦੀ ਹੈ, ਪਰ ਜਿਹਨੂੰ ਉਹ ਸਤਿਗੁਰੂ ਆਪਣਾ ਇੱਕ ਇੱਕ ਬੂੰਦ ਲਹੂ ਕਰਕੇ ਸਿੰਚਿਆ, ਨੂੰ ਡੁੱਬਣ ਕਿਵੇਂ ਦੇ ਸਕਦਾ ਹੈ? ਕਹਿਣ ਲੱਗੇ ਮੈਂ ਇਹਨੂੰ ਤਾਂ ਨਹੀਂ ਡੁੱਬਣ ਦਿੰਦਾ ਕਿਉਂਕਿ ਆ ਮੇਰੇ ਗਸਲੇ ਨਾਲ, ਮੇਰੇ ਪਾਣੀ ਦੇ ਨਾਲ ਇਹਨੂੰ ਮੈਂ ਪਾਲਿਆ। ਤੇ ਉਹਨੇ ਅੱਗਿਓਂ ਫਿਰ ਕਿਹਾ, ਕਹਿਣ ਲੱਗੇ ਗੱਲ ਤਾਂ ਸੁਣ, ਤੈਨੂੰ ਪਤਾ ਹੈ ਜਿਹੜੀ ਲੱਕੜ ਨੂੰ ਤੂੰ ਤਾਰੀ ਜਾਣਾ ਹੈ ਨਾ, ਲੱਕੜ ਦੇ ਅੰਦਰ ਅੱਗ ਹੈ, ਉਹ ਅੱਗ ਤੇਰਾ ਵਿਰੋਧੀ ਤੱਤ ਹੈ। ਧਿਆਨ ਦਿਓ, ਆਪਾਂ ਵਿਚਾਰ ਕੇਵਲ ਗੁਰੂ ਗੋਬਿੰਦ ਸਿੰਘ ਲਈ ਹੈ ਸਾਰੀ ਅਸਲਾ। ਕਿਉਂਕਿ ਜਦੋਂ ਵੀ ਆਪਾਂ ਉਦਾਹਰਨ ਲਵਾਂਗੇ, ਉਦਾਹਰਨ ਇੱਕ ਪੱਖ ਹੀ ਚੱਲਦੀ ਹੈ, ਦੋ ਪੱਖ ਉਦਾਹਰਨ ਦੇ ਕਦੇ ਨਹੀਂ ਕਰਨੇ। ਉਹ ਕਹਿਣ ਲੱਗੇ ਤੈਨੂੰ ਪਤਾ ਹੈ ਵੀ ਜਿਹੜਾ ਦਰਖਤ ਹੈ, ਆ ਜਿਹੜੀ ਲੱਕੜ ਹੈ, ਲੱਕੜ ਦੇ ਅੰਦਰ ਅੱਗ ਹੈ, ਤੇ ਅੱਗ ਪਾਣੀ ਦਾ ਵੈਰੀ ਹੈ।
ਉਹ ਕਹਿੰਦਾ ਮੈਨੂੰ ਪਤਾ ਹੈ। ਉਹ ਕਹਿੰਦਾ ਜੇ ਤੈਨੂੰ ਪਤਾ ਹੈ ਤਾਂ ਫੇਰ ਲੱਕੜ ਨੂੰ ਕਿਉਂ ਤਾਰਦਾ? ਤੈਨੂੰ ਪਤਾ ਹੈ ਇਹਦੇ ਅੰਦਰ ਅੱਗ ਹੈ, ਉਹ ਅੱਗ ਤੇਰੀ ਦੁਸ਼ਮਣ ਹੈ। ਕਹਿਣ ਲੱਗੇ ਮੈਨੂੰ ਪਤਾ ਤਾਂ ਹੈ ਇਹਦੇ ਅੰਦਰ ਅੱਗ ਹੈ, ਪਰ ਗੁਰਦਾਸ ਪਰਦਾ ਨਾਮ ਦੀ ਕੋਈ ਚੀਜ਼ ਹੁੰਦੀ, ਆਪਣੇ ਦਾ ਪਰਦਾ ਵੀ ਰੱਖਦੇ ਹੁੰਦੇ ਆ। ਇਸ ਕਰਕੇ ਮੈਂ ਇਹਦੇ ਅੱਗ ਵਿੱਚ ਨਹੀਂ ਦੇਖਦਾ, ਮੈਂ ਆਪਣਾ ਬਿਰਧ ਦੇਖਦਾ ਵੀ ਮੈਨੂੰ ਬੂੰਦ ਬੂੰਦ ਕਰਕੇ ਸਿੰਚਿਆ ਹੈ, ਇਹਦੀ ਅੱਗ ਮੈਂ ਇਹਦੇ ਅੰਦਰ ਹੀ ਸਮੇਟ ਕੇ ਰੱਖਦਾ। ਇਹਦੀ ਅੱਗ ਤੇ ਪਰਦਾ ਪਾ ਕੇ ਮੈਂ ਫਿਰ ਵੀ ਤਾਰ ਦਿੰਦਾ। ਧਿਆਨ ਦਿਓ, ਇਨਸਾਨ ਜੇ ਦੂਜੇ ਇਨਸਾਨ ਤੋਂ ਗਲਤੀ ਹੋ ਜਾਏ ਤੇ 100 ਪਰਦੇ ਉਹਦੇ ਉਘੜੇਗਾ। ਤੇ ਇੱਥੇ ਗੁਰੂ ਹੀ ਐਸਾ ਕਹਿਣ ਲੱਗੇ ਅੱਗ ਲੱਕੜ ਦੇ ਅੰਦਰ, ਕਹਿਣ ਲੱਗੇ ਕੋਈ ਨਹੀਂ, ਪਰਦਾ ਪਾ ਕੇ ਤਾਰੋ ਇਹਨੂੰ ਡੋਬਣਾ ਨਹੀਂ। ਤੇ ਜਦੋਂ ਉਹਨੇ ਅਗਲਾ ਸਵਾਲ ਕਰਿਆ, ਕਹਿੰਦੇ ਗੱਲ ਤਾਂ ਦੱਸ, ਹੁਣ ਜਿਹੜਾ ਚੰਦਨ ਹੈ ਫਿਰ ਚੰਦਨ ਨੂੰ ਤੂੰ ਕਿਉਂ ਡੋਬਦਾ? ਉਹ ਤੇਰਾ ਪਾਲਿਆ ਨਹੀਂ, ਹੁਣ ਚੰਦਨ ਵੀ ਪਲਦਾ ਤਾਂ ਪਾਣੀ ਨਾਲ ਹੀ ਹੈ। ਕਹਿਣ ਲੱਗੇ ਹੁਣ ਤੁਹਾਨੂੰ ਪਤਾ ਹੋਏਗਾ ਵੀ ਜਿਹੜਾ ਚੰਦਨ ਹੈ, ਜਿਹੜੇ ਚੰਦਨ ਦੇ ਵਪਾਰੀ ਹੁੰਦੇ ਆ, ਵਪਾਰ ਕਰਨ ਵੇਲੇ ਜਦੋਂ ਲੱਕੜ ਨੂੰ ਲੈ ਕੇ ਪਾਣੀ ਵਿੱਚ ਡੋਬਿਆ ਜਾਂਦਾ ਹੈ, ਜਿਹੜੀ ਲੱਕੜ ਚੰਦਨ ਦੀ ਪਾਣੀ ਵਿੱਚ ਡੁੱਬ ਜਾਂਦੀ ਹੈ ਉਹ ਤਾਂ ਹੁੰਦਾ ਹੈ ਖਰਾ ਚੰਦਨ, ਸਹੀ ਚੰਦਨ। ਜਿਹੜਾ ਚੰਦਨ ਪਾਣੀ ਤੇ ਤਰ ਜਾਂਦਾ ਹੈ ਉਹ ਚੰਦਨ ਹੁੰਦਾ ਹੈ ਨਕਲੀ, ਉਸ ਚੰਦਨ ਨੂੰ ਵਪਾਰੀ ਲੋਕ ਨਹੀਂ ਖਰੀਦਦੇ। ਖੈਰ ਉਹ ਕਹਿਣ ਲੱਗੇ ਜਦੋਂ ਫਿਰ ਉਹ ਤਾਂ ਪਾਲਿਆ ਹੋ ਗਿਆ ਤੇਰਾ, ਤੂੰ ਤਾਂ ਤਾਰਿਆ, ਤੇ ਜਿਹੜਾ ਚੰਦਨ ਨੂੰ ਡੋਬਿਆ ਤੇਰਾ ਫਿਰ ਕੀ ਪਾਲਿਆ ਨਹੀਂ ਹੁੰਦਾ? ਦਲੀਲ ਦੇਖੋ ਇਹਨਾਂ ਦੀ, ਸਮਝਾਉਣ ਦਾ ਤਰੀਕਾ ਹੈ ਇੱਕ। ਉਹ ਕਹਿਣ ਲੱਗਿਆ ਤੇਰਾ ਪਾਲਿਆ ਨਹੀਂ ਚੰਦਨ ਨੂੰ, ਫਿਰ ਕਿਉਂ ਡੋਬਦਾ ਹੈ? ਉਹਨੇ ਜਵਾਬ ਦਿੱਤਾ, ਕਹਿੰਦੇ ਗੱਲ ਸੁਣ, ਜੇ ਚੰਦਨ ਜਾਏ ਤਰ ਤੇ ਚੰਦਨ ਦਾ ਮੁੱਲ ਨਹੀਂ ਪੈਂਦਾ, ਤਾਂ ਕਰਕੇ ਮੈਂ ਚੰਦਨ ਨੂੰ ਡੋਬਦਾ ਵੀ ਇਸ ਚੰਦਨ ਦਾ ਮੁੱਲ ਪੈ ਜਾਏ। ਜੇ ਚੰਦਨ ਨੂੰ ਮੈਂ ਤਾਰਨ ਲੱਗ ਪਿਆ ਤੇ ਚੰਦਨ ਨੂੰ ਫਿਰ ਖਰੀਦਣਾ ਕਿਹਨੇ ਹੈ? ਇਸ ਕਰਕੇ ਮੈਂ ਚੰਦਨ ਨੂੰ ਦਰਿਆ ਕਹਿੰਦਾ ਮੈਂ ਡੋਬਦਾ ਹਾਂ। ਹੁਣ ਮਨ ਵਿੱਚ ਵਿਚਾਰ ਆਉਂਦੀ ਵੀ ਆਹ ਕੈਸੀ ਹੈ। ਹੁਣ ਇਹਦੇ ਵਿੱਚ ਇੱਕ ਉਦਾਹਰਨ ਦਾ ਪੱਖ ਖਿੱਚਾਂਗੇ ਆਪਾਂ, ਦੇਖਿਓ। ਕਹਿਣ ਲੱਗੇ ਜਿਹੜੇ ਅੱਤ ਦੇ ਦੁਖੀ ਨੇ ਤੇ ਮਨ ਵਿੱਚ ਆਉਂਦਾ ਨਹੀਂ ਗੁਰੂ ਨੇ ਸ਼ਹੀਦ ਕਰ ਦਿੱਤੇ ਉਹਨਾਂ ਨੂੰ, ਤੇ ਲੋਕਾਂ ਨੂੰ ਤਾਂ ਹੁੰਦਾ ਵੀ ਬੰਦਾ ਬਾਣੀ ਪੜ੍ਹਦਾ ਫਿਰ ਵੀ ਨਾ ਦੁਖੀ ਹੈ। ਕਹਿਣ ਲੱਗੇ ਦੁਨੀਆ ਤੁਹਾਡੀ ਨਿਗਾਹ ਦੇ ਵਿੱਚ ਤਾਂ ਇੰਝ ਲੱਗਦਾ ਵੀ ਚੰਦਨ ਵਰਗਾ ਸਿੱਖ ਡੁੱਬਦਾ ਜਾ ਰਿਹਾ ਹੈ, ਪਰ ਅਸਲ ਵਿੱਚ ਗੁਰੂ ਸਾਹਿਬ ਦੇ ਇੰਨਾ ਬਿਰਧ ਹੈ ਤੇ ਲੋਕ ਦੇਖਦੇ ਆ ਵੀ ਆ ਡੁੱਬਦਾ ਜਾ ਰਿਹਾ ਸਿੱਖ, ਪਰ ਨਹੀਂ, ਚੰਦਨ ਨੂੰ ਵੀ ਡੋਬਦਾ ਹੈ ਤਾਂ ਡੋਬਦਾ ਹੈ ਵੀ ਇਹਦਾ ਮੁੱਲ ਪੈ ਜਾਏ। ਤੇ ਲੋਕਾਂ ਨੂੰ ਲੱਗਦਾ ਸਿੱਖ ਡੁੱਬਦਾ ਜਾ ਰਿਹਾ ਹੈ, ਤੇ ਗੁਰੂ ਕਹਿਣ ਲੱਗਾ ਨਹੀਂ, ਲੋਕਾਂ ਦੀ ਨਿਗਾਹਾਂ ਨੇ ਆਹ ਦੇਖਦੇ ਨੇ ਡੁੱਬਦਾ ਜਾ ਰਿਹਾ ਹੈ, ਮੈਨੂੰ ਤਾਂ ਡੁੱਬਦਾ ਵੀ ਅਗਲੇ ਦਰਬਾਰ ਵਿੱਚ ਜਾ ਕੇ ਇਹਦਾ ਮੁੱਲ ਪੈ ਜਾਏ, ਪਰਮਾਤਮਾ ਦੇ ਘਰੇ ਜਾ ਕੇ ਸਿੱਖ ਦਾ ਮੁੱਲ ਪੈ ਜਾਏ। ਜਿਵੇਂ ਚੰਦਨ ਡੁੱਬੇ ਤੋਂ ਬਿਨਾਂ ਮੁੱਲ ਨਹੀਂ ਪੈ ਸਕਦਾ, ਉਵੇਂ ਸਿੱਖ ਕਹਿਣ ਲੱਗੇ ਦੁੱਖ ਤਾਂ ਆਉਣ, ਦੀਨ ਦੁਨੀਆ ਵਾਲੇ ਦੇਖਣਗੇ ਵੀ ਆ ਸਿੱਖ ਡੁੱਬਦਾ ਹੈ, ਪਰ ਪਿਆਰੇ ਗੁਰੂ ਤੇ ਵਿਸ਼ਵਾਸ ਕਰੀ, ਆ ਤੈਨੂੰ ਲੋਕ ਕਹਿੰਦੇ ਤੂੰ ਡੁੱਬੇਗਾ। ਗੁਰੂ ਕਹਿਣ ਲੱਗੇ ਨਹੀਂ, ਅੱਗੇ ਜਾ ਕੇ ਤੇਰੇ ਮੈਂ ਖਰਾ ਮੁੱਲ ਪਵਾ ਦੇਵਾਂਗਾ। ਸ਼ਬਦ ਹੈ ਪਾਣੀ ਕਾਟ ਨਾ ਡੋਬਈ ਪਾਲੈ ਦੀ ਲੱਜੈ, ਸਿਲ ਕਰਵੱਤਰ ਧਰਾਏ ਕੈ ਸਿਰ ਚੜਿਆ ਭੱਜੈ, ਲੋਹੇ ਜੜੀਏ ਬੋਹਿਤਾ ਪਰ ਭਰੇ ਨਾ ਤੱਜੇ, ਪੇਟੇ ਅੰਦਰ ਅੱਗ ਰੱਖ ਤਿਸ ਪੜਦਾ ਕੱਜੈ, ਅਗਰੈ ਡੋਬੈ ਜਾਣ ਕੈ ਨਿਰਮੋਲਕ ਧੱਜੈ, ਗੁਰਮੁਖ ਮਾਰਗ ਚੱਲਣਾ ਛੱਡ ਖੱਬੈ ਸੱਜੈ। ਜੇ ਗੁਰੂ ਦੀ ਹਜ਼ੂਰੀ ਵਿੱਚ ਬਹਿਣਾ, ਸੱਜੇ ਖੱਬੇ ਦੇਖਣਾ ਤੱਕਣਾ ਕਹਿੰਦੇ ਛੱਡ ਦੇ, ਜੇ ਆ ਛੱਡੇਗਾ ਕਹਿਣ ਲੱਗੇ ਫੇਰ 10ਵਾਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈਂ ਹੋਏ ਸਹਾਏ, ਇਹਨਾਂ ਨਿਯਮਾਂ ਨੂੰ ਚੱਲੀ। ਕਹਿਣ ਲੱਗੇ ਫਿਰ ਅਗਲੇ ਪਦਿਆਂ ਵੱਲ ਧਿਆਨ ਦੇਈ, ਹੌਲੀ ਹੌਲੀ ਅਰਦਾਸ ਫਿਰ ਤੇਰੀ ਸਿੱਖਾ ਸੰਪੂਰਨ ਹੋਣ ਲੱਗ ਪਏਗੀ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਹੋਈਆਂ ਭੁੱਲਾਂ ਦੀ ਖਿਮਾ, ਗਲਤੀਆਂ ਦੀ ਮਾਫੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।